जी आए ਨੂੰ प्यारे विद्यार्थियों, 9th क्लास ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 5 the fundamental unit of life. So continuing with this chapter, let's do notes part 8. So be ready with your notebooks and pen to copy down the notes, but make sure to revise them and practice writing on your own. ਤੇ ਇसी ਚੈਨਲ ਦੇ ਉੱਤੇ 9th ਮੈਥ ਪਲੇਲਿਸਟ ਹੈ, ਜਿਹਦੇ ਵਿੱਚ ਤੁਹਾਡੀ ਮੈਥ ਦੀ ਬੁੱਕ ਦੇ ਸਾਰੇ ਸਵਾਲ ਸੋਲਵ ਕਰਕੇ ਅਪਲੋਡ ਕਰ ਦਿੱਤੇ ਗਏ ਨੇ ਐਂਡ ਆਲ ਦੀ ਚੈਪਟਰਸ ਆਰ ਅਰੇਂਜਡ ਇਨ ਸੀਰੀਅਲ ਆਰਡਰ। ਇੱਕ ਹੋਰ ਪਲੇਲਿਸਟ ਹੈ 9th ਮੈਥ ਨੋਟਸ, ਜਿਹਦੇ ਵਿੱਚ ਮੈਥ ਦੇ ਕਨਸੈਪਟਸ, ਥਿਓਰਮਸ, ਡੈਫੀਨੇਸ਼ਨਸ ਉਹਨਾਂ ਨੂੰ ਡਿਟੇਲ ਵਿੱਚ ਐਕਸਪਲੇਨ ਕੀਤਾ ਗਿਆ ਹੈ। ਸੋ ਇੱਕ ਹੋਰ ਪਲੇਲਿਸਟ ਹੈ 9th ਇੰਗਲਿਸ਼ MCV ਮੇਨ ਕੋਰਸ ਬੁੱਕ, ਜਿਹਦੇ ਵਿੱਚ ਤੁਹਾਡੀ 9th ਦੀ ਬੁੱਕ ਹੈਗੀ ਹੈ, ਇੰਗਲਿਸ਼ ਦੀ ਬੁੱਕ ਹੈਗੀ ਹੈ, ਉਹਦੇ ਲੈਸਨਸ ਦੀ ਰੀਡਿੰਗ, ਟਰਾਂਸਲੇਸ਼ਨ, ਐਕਸਪਲੇਨੇਸ਼ਨ ਤੇ ਉਹਦੀ ਜੋ ਐਕਸਰਸਾਈਜ਼ ਹੈਗੀਆਂ ਵੋਕੈਬਲਰੀ, ਗ੍ਰਾਮਰ ਐਂਡ ਕੁਐਸਚਨ ਆਨਸਰਸ, ਉਹ ਵੀ ਸਾਰੇ ਸੋਲਵ ਕੀਤੇ ਹੋਏ ਨੇ। ਸੋ ਤੁਸੀਂ ਉਹਨਾਂ ਦਾ ਬੈਨੀਫਿਟ ਵੀ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। Cell organelles. We talked about cell organelles briefly in one of the previous videos also. ਤੇ ਹੁਣ ਅਸੀਂ cell organelles ਨੂੰ ਡਿਟੇਲ ਵਿੱਚ ਹੋਰ ਕਰਾਂਗੇ। ਸੋ ਆਓ ਦੇਖੀਏ। An organelle is a specialized part of a cell analogous. Analogous ਹੁੰਦਾ ਬੱਚਿਓ ਉਹਦੀ ਸਿਮਿਲੈਰਿਟੀ ਦਿਖਾਣੀ, ਮਤਲਬ ਕਿ ਐਗਜ਼ਾਮਪਲ ਦੇਣਾ, ਪੈਰਲਲ ਟੂ ਐਨ organ। ਜਿਸ ਤਰ੍ਹਾਂ ਸਾਡੇ ਸਰੀਰ ਦਾ organ ਹੈ, ਅਗਰ ਮੰਨ ਲਵਾਂ ਕਿ my entire body is like a cell, ਠੀਕ ਹੈ ਨਾ। ਸੋ ਹੈਂਡਸ, ਆਈਜ਼, ਟੰਗ, ਨੋਜ਼, ਲੀਵਰ, ਇਹ ਸਾਰੇ ਕੀ ਹੋ ਗਏ, ਇਹ organs ਹੋ ਗਏ, ਉਹਦੇ ਅਲੱਗ-ਅਲੱਗ organ ਹੋ ਗਏ। ਸੋ ਜਿਸ ਤਰ੍ਹਾਂ ਇੱਕ ਹਿਊਮਨ ਬੋਡੀ ਜਾਂ ਇੱਕ ਲਿਵਿੰਗ ਬੋਡੀ ਦੇ ਅਲੱਗ-ਅਲੱਗ organs ਹੁੰਦੇ ਨੇ, ਇਸੀ ਤਰ੍ਹਾਂ ਸੈੱਲ ਦੇ ਵੀ ਨਿੱਕੇ ਨਿੱਕੇ ਪਾਰਟਸ ਹੁੰਦੇ ਨੇ who do their own duty, ਠੀਕ ਹੈ। ਸੋ an organelle is a specialized part of a cell analogous to an organ. Like division of labor. Division of labor ਹੁੰਦਾ ਬੱਚੋ ਕੰਮ ਦੀ ਵੰਡ। ਜਿਹਦਾ ਘਰ 'ਚ ਨਹੀਂ ਮੈਂਬਰ ਹੁੰਦੇ ਬਹੁਤ ਸਾਰੇ, ਜਾਂ ਇੱਕ ਦਫ਼ਤਰ 'ਚ ਹੁੰਦੇ ਨੇ, ਫੈਕਟਰੀ 'ਚ ਹੁੰਦੇ ਨੇ, ਵੀ ਤੂੰ ਇਹ ਕੰਮ ਕਰਨਾ ਹੈ, ਤੂੰ ਇਹ ਕੰਮ ਕਰਨਾ ਹੈ, ਤੂੰ ਇਹ ਕੰਮ ਕਰਨਾ ਹੈ, ਤੂੰ ਇਹ ਕੰਮ ਕਰਨਾ ਹੈ। ਸੋ ਇਸੀ ਤਰ੍ਹਾਂ ਲਾਈਕ ਡਿਵੀਜ਼ਨ ਆਫ ਲੇਬਰ। ਡਿਵੀਜ਼ਨ ਆਫ ਲੇਬਰ ਦਾ ਮਤਲਬ ਹੁੰਦਾ ਹੈ ਕਿ ਡਿਵੀਜ਼ਨ ਆਫ ਵਰਕ, ਅਲੱਗ-ਅਲੱਗ ਕੰਮ ਹੁੰਦੇ ਨੇ, ਠੀਕ ਹੈ, among different parts in a multicellular body, ठीक है, multicellular body which has got millions and trillions of cells, there is division of labor within a single cell. ਜਿਸ ਤਰ੍ਹਾਂ ਲੀਵਰ ਸੈੱਲ ਕੋਈ ਹੋਰ ਕੰਮ ਕਰਦੇ ਨੇ, ਲੰਗਸ ਦੇ ਸੈੱਲ ਕੋਈ ਹੋਰ ਕੰਮ ਕਰਦੇ ਨੇ, ਹਨਾ, ਬੋਨ ਦੇ ਸੈੱਲਸ ਕੋਈ ਹੋਰ ਕੰਮ ਕਰਦੇ, ਮਸਲ ਦੇ ਸੈੱਲਸ ਕੋਈ ਹੋਰ ਕੰਮ ਕਰਦੇ ਨੇ, that is you can say what a macro level। ਤੇ ਇਸੀ ਤਰ੍ਹਾਂ within the cell ਜੋ ਐਕਟੀਵਿਟੀਜ਼ ਹੁੰਦੀਆਂ ਉਹ ਵੀ ਅਲੱਗ-ਅਲੱਗ ਪਾਰਟਸ ਕਰਦੇ ਨੇ ਐਂਡ ਦੋਜ਼ ਪਾਰਟਸ ਆਰ ਨੋਨ ਐਜ਼ organelles। Large and complex cells need a lot of chemical activities for backing कह लो, supporting कह लो, है ना, their complicated structure and function। ਜਿੱਥੇ ਸੈਲਸ ਕੰਪਲੈਕਸ ਹੈਗੇ ਨੇ, ਬਹੁਤ ਸਾਰੇ ਹੈਗੇ ਨੇ, ਤੇ ਉਹਨਾਂ 'ਚ ਬਹੁਤ ਸਾਰੀ ਕੈਮੀਕਲ ਐਕਟੀਵਿਟੀਜ਼ ਹੁੰਦੀਆਂ। ਸੋ ਕੈਮੀਕਲ ਐਕਟੀਵਿਟੀਜ਼ ਨੂੰ ਆਰਗੇਨਾਈਜ਼ ਕਰਨ ਲਈ, ਉਹਨੂੰ ਸਪੋਰਟ ਕਰਨ ਲਈ, ਉਹਨੂੰ ਮੈਨੇਜ ਕਰਨ ਲਈ ਫਿਰ ਕੀ ਹੁੰਦਾ ਹੈ, ਇਹ ਅਲੱਗ-ਅਲੱਗ ਮਤਲਬ ਕਿ ਜਿਹੜੇ ਇੱਕ ਸਟਰਕਚਰ ਤੇ ਫੰਕਸ਼ਨ ਦਾ ਡਿਵੀਜ਼ਨ ਚਾਹੀਦਾ। ਦੀ ਸੈਲਸ ਯੂਜ਼ organelles, that is membrane bound little structures, ਮਤਲਬ ਕਿ ਸੈਲ ਇਟਸੈਲਫ ਇਜ਼ membrane bound, ਤੇ ਜਿਹੜੇ organelles ਹੈਗੇ ਨੇ ਉਹ ਵੀ membrane bound ਨੇ, ਬਟ in prokaryotic cells the organelles are not membrane bound। ਇਹ ਗੱਲ ਯਾਦ ਰੱਖਣੀ ਹੈ। those are only, ਜ਼ਿਆਦਾ organisms ਨਹੀਂ ਹੈਗੇ, prokaryotic are very few, ਜਿੱਦਾਂ blue green algae and bacteria, ਠੀਕ ਹੈ। So organelles membrane bound little structures within themselves to keep the various activities separate from each other, ਤਾਂ ਕਿ disturbance ਨਾ ਹੋਵੇ। So membranes ਜਿਹੜੇ ਹੈਗੀਆਂ they act as partitions, ਠੀਕ ਹੈ, so they can work independently from each other। Some organelles are visible only with an electron microscope। My God, मतलब कि इन्ने छोटे ने कि they cannot be seen even with a normal microscope। They can only be seen with an electron microscope which has got very high magnification। ਅੱਗੇ ਚਲਿਏ। Okay, ਫਿਰ ਕਹਿੰਦੇ each kind of organelle performs a special function such as making new material in the cell, ਮਤਲਬ ਕਿ ਜਿਹਨੇ ਕੋਈ ਨਵੀਂ ਚੀਜ਼ ਬਣਾਉਣੀ ਹੈ, organelle ਵੱਖਰਾ ਹੈਗਾ। ਫਿਰ clearing up the waste material, ਜੇ ਕਿਸੇ ਨੇ ਕੋਈ ਚੀਜ਼ ਜੋ waste produce ਹੋ ਰਹੀ ਹੈ ਉਹਨੂੰ dispose of ਕਰਨਾ ਹੈ, ਉਹਦੇ ਦੂਸਰੇ organelle ਹੈਗੇ ਨੇ, and so on।
A cell lives and performs all its functions because of these organelles. Quite obvious. सारे रल मिल के टीम वर्क करनगे ताई पूरे सेल दा एज अ होल फंक्शन होएगा. ठीक है. So a cell can live and perform only because each and every organelle does its duty. ठीक है. So these organelles together constitute the basic unit called the cell. All cells have the same organelles. ਸਾਰਿਆਂ ਦਾ. No matter what their function is or what organism they are found in. ਚਾਹੇ ਕਿਸੇ ਵਿੱਚ ਵੀ ਹੋਣ, ਮੱਛਰ ਵਿੱਚ ਹੋਣ, ਹਾਥੀ ਵਿੱਚ ਹੋਣ, ਕੁੱਤੇ ਵਿੱਚ ਹੋਣ, ਗਾਂ ਵਿੱਚ ਹੋਣ, ਪਲਾਂਟ ਵਿੱਚ ਹੋਣ, ਹਿਊਮਨ ਬੀਇੰਗਸ ਵਿੱਚ ਹੋਣ, ਪੰਛੀਆਂ ਵਿੱਚ ਹੋਣ, ਬਲਕਿ no matter which organism ਤੇ no matter ਉਹਨਾਂ ਦਾ ਫੰਕਸ਼ਨ ਕੀ ਹੈਗਾ, ਸੈਲਸ ਮਸਲ ਸੈਲਸ ਹੋਣ, ਫਿਰ ਆਪਣੇ ਬੋਨ ਸੈਲਸ ਹੋਣ, ਸਾਰਿਆਂ ਵਿੱਚ ਇੱਕੋ ਕਿਸਮ ਦੇ organelles ਹੁੰਦੇ ਨੇ. ठीक है. प्रोकैरियोटिक सेल्स डू नॉट हैव मेम्ब्रेन बाउंड ऑर्गेनल्स. ਇਹ ਗੱਲ ਅਸੀਂ ਫਿਰ ਇੱਥੇ emphasize ਕਰ ਦਿੱਤੀ ਕਿਤੇ ਕਨਫਿਊਜ਼ਨ ਨਾ ਹੋ ਜਾਏ. ਬਟ यूकैरियोटिक सेल्स हैव organelles which have membranes. ठीक है. ਫਿਰ ਕਹਿੰਦੇ some important examples of cell organelles are, ਹੁਣ ਅਸੀਂ ਇਹਨਾਂ ਨੂੰ ਡਿਸਕਸ ਕਰਾਂਗੇ, are endoplasmic reticulum, ठीक है, Golgi apparatus, lysosomes, mitochondria and plastids. They carry out some very crucial functions in cells. ਅੱਗੇ ਵਧਣ ਤੋਂ ਪਹਿਲੇ ਬੱਚਿਓ ਕੁਝ ਟਰਮਸ ਆਣਗੀਆਂ ਇਹਨਾਂ ਦੀਆਂ ਇੰਗਲਿਸ਼ ਦੀਆਂ ਵਰਡਸ ਦੀਆਂ which we do not use in our day to day life. ਉਹ ਮੈਂ ਇੱਥੇ ਮੀਨਿੰਗ ਲਿਖ ਦਿੱਤੇ ਨੇ ਤਾਂ ਕਿ ਕਨਫਿਊਜ਼ਨ ਨਾ ਹੋਵੇ. ਇੱਕ ਸ਼ਬਦ ਹੈ ਟਿਊਬਿਊਲ. ਟਿਊਬਿਊਲ ਦਾ ਮਤਲਬ ਹੁੰਦਾ ਹੈ ਬੱਚਿਓ ਅ ਸਮਾਲ ਟਿਊਬ. ਹੋਰ ਕੋਈ ਫਰਕ ਨਹੀਂ ਹੈਗਾ. ਟਿਊਬ ਤੇ ਸਾਨੂੰ ਪਤਾ ਹੀ ਹੈ ਹਨਾ, ਲਾਈਕ ਅ ਪਾਈਪ ਔਰ ਟਿਊਬ. ਬਟ ਅ ਵੈਰੀ ਸਮਾਲ ਟਿਊਬ ਇਜ਼ ਨੋਨ ਐਜ਼ ट्यूब्यूल. एक शब्द है वेसिकल. वेसिकल मीन्स अ स्मॉल सैक और बैग, ब्लैडर लाइक स्ट्रक्चर. ठीक है ना, बिल्कुल छोटा है बैग जिदा होंदा है, बल्कि वेरी माइक्रोस्कोपिक बैग इज नोन एज वेसिकल. एक होर शब्द है ऑबलोंग. लॉन्ग तो सानू पता है, लॉन्ग मीन्स लंबा. ऑबलोंग का मतलब होंदा है हैविंग समवट इलोंगेटेड फॉर्म. मतलब एग्जांपल देना होवे जिदा खीरा हो गया, तोरी हो गई, घिया हो गया, या elongated. ठीक है. सो ए टर्म्स ਨੂੰ याद रखना. ट्यूब्यूल मीन्स स्मॉल ट्यूब, वेसिकल मीन्स अ स्मॉल सैक और बैग, oblong मीन्स elongated. ठीक है जी. आगे चलिए. ਹੁਣ ਪਹਿਲਾ ਪਾर्ट आ गया बच्चों ऑर्गेनल ਦਾ, एंडोप्लाज्मिक रेटिकुलम which is written as ER. ਹੁਣ देखिए ਕੀ ਹੈਗਾ. So endoplasm is the inner portion of the cytoplasm. Inner portion, membrane ਦੇ ਅੰਦਰਲਾ ਪਾਸਾ. ठीक है ना. So it is the inner portion of the cytoplasm of a cell and reticulum means a fine network. Reticulum का मतलब हो गया network and endoplasm means inner portion of the cytoplasm. The endoplasmic reticulum का फिर की मतलब हो गया, the endoplasmic reticulum is a large network of membrane bound tubes and sheets. This is what is endoplasmic reticulum. It's a large network of membrane bound tubes and sheets. It looks like long tubules. Tubules अर्थात small tubes, or round or oblong. Oblong आ गया ना, फिर elongated bags जिनको ने vesicles. इतने vesicles ही तो मैं इतने bags लिख देता है. ठीक है. सो टर्म्स को याद रखना है बच्चों, फिर कंफ्यूजन नहीं होगा, समझ आ जाता है आसानी से. The ER membrane, that is endoplastic reticulum membrane, is similar in structure to the plasma membrane. जिस तरह की membrane plasma membrane है, उसी का structure ER membrane ਦਾ है. It functions both as a passageway. Passageway means pathway, ਜਿਹਦੇ ਰਾਹੀਂ ਰਸਤਾ ਚੱਲਦਾ ਹੈ, ਮਤਲਬ ਕਿ ठीक है, passageway for intracellular. Intracellular मतलब बच्चों within the cell. एक होता है intercellular, INTER. ਇਹਦਾ मतलब between two cells. Intracellular means within the cell. ਜਿੱਦਾਂ ਅਸੀਂ ਕਹੀਏ ਨਾ ਇੰਟਰ ਸਕੂਲ ਕੰਪੀਟੀਸ਼ਨ. ਇੰਟਰ ਸਕੂਲ ਕੰਪੀਟੀਸ਼ਨ ਦਾ ਮਤਲਬ ਹੈਗਾ ਦੋ ਸਕੂਲਾਂ ਦੇ ਵਿੱਚ ਵਾਲਾ ਕੰਪੀਟੀਸ਼ਨ, ਤੇ ਇੱਕ ਹੁੰਦਾ ਇੰਟਰਾ ਸਕੂਲ ਕੰਪੀਟੀਸ਼ਨ. ਇੰਟਰਾ ਸਕੂਲ ਮੀਨਸ ਵਿਦਿਨ ਦੀ ਸਕੂਲ. ਜਿੱਦਾਂ ਇੱਕ ਸਕੂਲ ਦੇ ਵਿੱਚ ਕਹਿ ਲਓ ਕਿ ਇੱਕ ਕਲਾਸ ਦੇ ਦੋ ਸੈਕਸ਼ਨ ਹੈਗੇ ਨੇ ਇੱਕੋ ਸਕੂਲ ਦੇ, ਤੇ ਉਹ ਦੋ ਸੈਕਸ਼ਨ ਦਾ ਆਪਸ ਵਿੱਚ ਕੰਪੀਟੀਸ਼ਨ ਹੋ ਜਾਏ ਤੇ ਅਸੀਂ ਕਹਾਂਗੇ ਇੰਟਰਾ ਸਕੂਲ ਕੰਪੀਟੀਸ਼ਨ. ਜਾਂ ਸਕੂਲ ਦੇ ਵਿੱਚ ਹੀ ਕੋਈ ਖੇਡਾਂ ਹੋ ਰਹੀਆਂ, ਕੋਈ ਪ੍ਰੋਗਰਾਮ ਹੋ ਰਿਹਾ, ਤੇ ਇੱਕੋ ਸਕੂਲ ਦੇ ਜਿਹੜੇ ਬੰਦੇ ਵਿਦਿਆਰਥੀ ਕਿਸੇ 'ਚ ਭਾਗ ਲੈਂਦੇ ਨੇ
ਤੇ ਅਸੀਂ ਉਹਨੂੰ ਕਹਿੰਦੇ ਆ ਇੰਟਰਾਸਕੂਲ। ਸੋ ਇੰਟਰਾਸੈਲੂਲਰ ਦਾ ਮਤਲਬ ਹੈਗਾ ਵਿਦਿਨ ਦੀ ਸੈਲ ਟਰਾਂਸਪੋਰਟ, ਠੀਕ ਹੈ, ਐਂਡ ਐਜ਼ ਅ ਮੈਨੂਫੈਕਚਰਿੰਗ ਸਰਫੇਸ। ਹੁਣ ਇਧਰੋਂ ਪਤਾ ਲੱਗ ਗਿਆ ਫੰਕਸ਼ਨਸ ਦੇ, ਹਨਾ। ER ਮੈਂਬਰੇਨ ਦੇ ਕਿਹੜੇ ਫੰਕਸ਼ਨ ਹੋ ਗਏ? ਇਟ ਵਰਕਸ ਐਜ਼ ਅ ਪੈਸੇਜਵੇ ਫॉर इंट्रासेलुलर ट्रांसपोर्ट एंड एज अ मैन्युफैक्चरिंग सरफेस। आगे चलिए और एक बार देखिए, फिर कहते देयर आर 2 टाइप्स ऑफ ER। एंडोप्लाज्मिक जड़ा रेटिकुलम है 2 किस्म का है, एक है रफ एंडोप्लाज्मिक रेटिकुलम RER एंड स्मूथ एंडोप्लाज्मिक रेटिकुलम दैट इज SER। हुण RER रफ क्यों है? RER looks rough under a microscope because it has particles called ribosomes, ठीक है। सो उन्हें याद रख लो बच्चों, देखो R फॉर रफ, R फॉर ribosomes, सो इजी टू मेमोराइज, है ना। सो रफ कहते करके है ने बिकॉज इट हैज गॉट स्मॉल पार्टिकल्स विच आर नोन एज ribosomes attached to its surface। the ribosome की है? Ribosome is a complex molecular machine which is present in the cytoplasm of all active cells and it is where proteins are synthesized। So it is a site of manufacture of protein, ठीक है। The manufactured proteins are then sent to various places in the cell depending on need using the ER। So ribosomes से बच्चों प्रोटीन बनती है, प्रोटीन मैन्युफैक्चरिंग साइट हैगी है, ठीक है। एंड दीज ER जो एंडोप्लाज्मिक जो नेटवर्क है पूरा, that sends the protein to various parts of the cell। फिर कहते SER जड़ा है, दैट इज ऐसे पहले गल की आप RER दी, हुण SER स्मूथ एंडोप्लाज्मिक रेटिकुलम की करता है? इट हैल्प्स इन द मैन्युफैक्चर ऑफ फैट मॉलिक्यूल्स। हुण बच्चों इदा याद रख लो, फैट जो बड़ा मुलायम होंदा है ना, कहते मक्खन वर्गा मुलायम, सो वो स्मूथ याद रख लो। सो इट मेक्स फैट मॉलिक्यूल्स, लिपिड्स। सो RER जड़ा हैगा इट इज रफ बिकॉज ऑफ रिबोसोम्स एंड रिबोसोम्स मेक प्रोटीन। ते दूजी गल SER जड़ा इट हेल्प्स इन द मैन्युफैक्चर ऑफ fat molecules which are important for cell function। Some of these proteins and lipids, protein has come from RER and lipids have come from SER। they help in membrane biogenesis। ਹੁਣ देखो बच्चों ਇਹ ਵੀ ਇੱਕ ਸ਼ਬਦ ਹੈ, ਜੈਨੇਸਿਸ ਦਾ ਮਤਲਬ ਹੁੰਦਾ ਬੱਚੋ ਕਿਸੇ ਚੀਜ਼ ਦੀ ਗਰੋਥ, ਕਿਸੇ ਚੀਜ਼ ਦਾ ਜਨਮ ਲੈਣਾ, ਬਣਨਾ, ਤੇ ਬਾਇਓ ਮੀਨਸ ਲਾਈਫ। ਸੋ ਬਾਇਓਜੈਨੇਸਿਸ ਦਾ ਕੀ ਮਤਲਬ ਹੋ ਗਿਆ? ਬਿਲਡਿੰਗ ਆਫ ਦੀ ਸੈਲ ਮੈਂਬਰੇਨ, ਮੈਂਬਰੇਨ ਬਾਇਓਜੈਨੇਸਿਸ, building of the cell membrane। so biogenesis ਦਾ ਮਤਲਬ ਕੀ ਹੋ ਗਿਆ? biogenesis means production of a chemical compound by a living organism। ਹੁਣ ਦੇਖੋ ਮਸ਼ੀਨਾਂ ਬੜਾ ਕੁਝ ਬਣਾਉਂਦੀਆਂ, ਫੈਕਟਰੀਆਂ 'ਚ ਬੜਾ ਕੁਝ ਬਣਦਾ ਹੈ, ਅਸੀਂ ਉਹਨਾਂ ਨੂੰ ਬਾਇਓਜੈਨੇਸਿਸ ਨਹੀਂ ਕਹਿੰਦੇ, ਪਰ ਸਾਡੀ ਬਾਡੀ ਬੜਾ ਕੁਝ ਬਣਾਉਂਦੀ ਹੈ। ਸੋ ਵੈਨ ਸਮਥਿੰਗ ਇਜ਼ ਜਨਰੇਟਡ ਬਾਈ ਬਾਡੀ, ਤੇ ਫਿਰ ਉਸ ਚੀਜ਼ ਨੂੰ, ਉਸ ਪ੍ਰੋਸੈਸ ਨੂੰ ਕਿਹਾ ਜਾਂਦਾ ਬਾਇਓਜੈਨੇਸਿਸ, ਮੀਨਸ ਪ੍ਰੋਡਕਸ਼ਨ ਆਫ ਅ ਕੈਮੀਕਲ ਕੰਪਾਊਂਡ ਬਾਈ ਅ ਲਿਵਿੰਗ ਆਰਗੇਨਿਜ਼ਮ। Some other proteins and lipids function as enzymes and hormones, ठीक है जी। सो कुछ ਹੁਣ पता लग गया कि RER makes proteins, SER makes the lipids, ਤੇ these proteins and lipids ਅੱਗੇ ਕਿਹਦੇ ਕੰਮ ਆਉਂਦੇ ਨੇ? ਇੱਕ ਮੈਂਬਰੇਨ ਬਾਇਓਜੈਨੇਸਿਸ ਦੇ ਕੰਮ ਆਉਂਦੇ ਨੇ। ਤੇ ਅਗਲੀ ਗੱਲ ਕੀ ਹੈਗੀ ਹੈ? ਫॉर ਦੀ they function as enzymes and ਹਾਰਮੋਨਸ। ਇਹ ਪੁਆਇੰਟ ਵਾਈਜ਼ ਇਦਾਂ ਬੱਚਿਓ ਯਾਦ ਰੱਖ ਲੈਣੀ ਗੱਲਾਂ, ਠੀਕ ਹੈ। ਓਕੇ, ਫਿਰ ਕਹਿੰਦੇ ER ਆਲਵੇਜ਼ ਫਾਰਮਸ ਅ ਨੈਟਵਰਕ ਸਿਸਟਮ, ਬਲਕਿ ਹਮੇਸ਼ਾ ਇਟ ਐਗਜ਼ਿਸਟ ਇਨ ਦੀ ਫਾਰਮ ਆਫ ਅ ਨੈਟਵਰਕ, ਦੋ ਇਟ ਹੈਜ਼ ਡਿਫਰੈਂਟ ਫਾਰਮਸ ਇਨ ਡਿਫਰੈਂਟ ਸੈਲਸ। ਬਲਕਿ ਇਹਦੀ ਸ਼ੇਪ, ਇਹਦਾ ਆਕਾਰ, ਇਹਦੀ ਫਾਰਮ ਅਲੱਗ-ਅਲੱਗ ਹੋ ਸਕਦੀ ਹੈ, ਬਟ ਇਟ ਵਿਲ ਆਲਵੇਜ਼ ਫਾਰਮ ਅ ਨੈਟਵਰਕ। Thus ER functions as channels for the transport of materials because it has got tubules, vesicles, so it is a transport system, especially proteins, between various regions of the cytoplasm, intracellular, within the cell, so various regions of the cytoplasm, or between the cytoplasm and the nucleus also। मतलब कि cytoplasm तो nucleus तक जड़ा transport है वो भी चलता है इधर ही। The ER also functions as a cytoplasmic framework providing a surface for some of the biochemical activities of the cell because it is quite spread। so ਇਹਨੂੰ ਕਹਿੰਦੇ ER also it functions as a cytoplasmic framework, ਢਾਂਚਾ ਵੀ ਕੰਮ ਕਰਦਾ ਹੈ, ਢਾਂਚੇ ਦੇ ਤੌਰ ਤੇ ਕੰਮ ਕਰਦਾ ਹੈ। cytoplasmic framework providing a surface
for some of the biochemical activities of the cell. In the liver cells of animals called vertebrates. Vertebrates ਦਾ ਕੀ ਮਤਲਬ ਹੁੰਦਾ ਬੱਚਿਓ? Vertebrates are those animals which have a bony skeleton and a spinal column which is in the segmented forms. ਜਿੱਦਾਂ we are vertebrates, ਜਿੰਨੇ ਅਸੀਂ ਜਾਨਵਰ ਆਪਣੇ ਕੁੱਤਾ ਬਿੱਲੀ ਜਿਹੜੇ ਹੈਗੇ ਨੇ they are vertebrates, ਜਿਹੜੇ ਪੈਰਾਂ ਤੇ ਤੁਰਦੇ ਨੇ ਜ਼ਿਆਦਾਤਰ ਉਹੀ vertebrates ਹੁੰਦੇ ਨੇ। ਹੱਡੀਆਂ ਵਾਲਾ ਇਹਨਾਂ ਦਾ ਇੱਕ ਢਾਂਚਾ ਹੁੰਦਾ, ਸਕੈਲੇਟਨ ਹੁੰਦਾ, ਠੀਕ ਹੈ, ਤੇ ਦੂਜੀ ਗੱਲ ਇੱਕ ਰੀੜ ਦੀ ਹੱਡੀ ਹੁੰਦੀ ਹੈ ਇਹਨਾਂ 'ਚ, vertebrates ਉਹਨੂੰ ਕਹਿੰਦੇ vertebrates। ਸੋ ਕਹਿੰਦੇ in the liver cells of animals called vertebrates, SER, smooth endoplasmic reticulum, ਇਹ ਕੀ ਕਰਦਾ ਹੈ? It does detoxification of many poisons and drugs, ਠੀਕ ਹੈ ਨਾ। ਮਤਲਬ ਕਿ ਇਹ ਕੰਮ ਜਿਹੜਾ ਅਸੀਂ ਕਹਿੰਦੇ ਕਿ ਲੀਵਰ ਜਿਹੜਾ ਹੈ, ਇਟਸ ਐਨ organ of which detoxifies, ਲੀਵਰ ਜਿਹੜਾ ਹੈ ਇਹ ਡੀਟੌਕਸੀਫਾਈ ਕਰਦਾ ਹੈ। ਸੋ ਲੀਵਰ ਵਿੱਚ ਡੀਟੌਕਸੀਫਾਈ ਕਰਨ ਦਾ ਕੰਮ ਕੌਣ ਕਰਦਾ ਹੈ? ਇਟ ਮੀਨਸ ਇਟ ਇਜ਼ ਡਨ ਬਾय ਦਿਸ ER, एंडोप्लाज्मिक रेटिकुलम, ठीक है जी। आगे चलिए, ਹੁਣ आ गया सेकंड, गोल्गी अपरेटस, ठीक है। ਹੁਣ गोल्गी अपरेटस की है? इट इज अ साइटोप्लाज्मिक ऑर्गेनल, अगेन इन दी एनिमल सेल्स। फिर कहते इटालियन हिस्टोलॉजिस्ट, इटालियन हिस्टोलॉजिस्ट, वन हु स्पेशलाइजेज, हिस्टोलॉजिस्ट कौन होता है? हिस्टोलॉजिस्ट वन हु स्पेशलाइजेज इन दी माइक्रोस्कोपिक स्टडी ऑफ एनिमल टिश्यूज, ਉਹਨੂੰ ਕਿਹਾ ਜਾਂਦਾ ਹੈ ਹਿਸਟੋਲੋਜਿਸਟ। ਤੇ ਉਹਦਾ ਨਾਮ ਕੀ ਸੀਗਾ? ਕੈਮਿਲੋ ਗੋਲਗੀ। ਤੇ ਗੋਲਗੀ ਤੋਂ ਨਾਮ ਪਿਆ ਗੋਲਗੀ ਐਪਰੇਟਸ, ਉਹਦਾ ਨਾਮ ਸੀ ਸਾਇੰਟਿਸਟ ਦਾ, ਠੀਕ ਹੈ ਨਾ, ਹਿਸਟੋਲੋਜਿਸਟ ਦਾ। ਸੋ ਕੈਮਿਲੋ ਗੋਲਗੀ ਫਸਟ ਡਿਸਕ੍ਰਾਈਬਡ ਗੋਲਗੀ ਐਪਰੇਟਸ। It consists of a system of membrane-bound vesicles. Vesicles means sacs, small sacs, but they are flattened, arranged nearly parallel to each other in stacks called cisterns. Cisterns ਹੁੰਦਾ ਬੱਚੋ ਇੱਕ ਬਰਤਨ ਟਾਈਪ ਹੁੰਦਾ ਜਿੱਦਾਂ, ਮਤਲਬ ਕਿ they are stacks, ਠੀਕ ਹੈ। Stacks means ਇੱਕ ਦੇ ਉੱਪਰ ਇੱਕ, ਇੱਕ ਦੇ ਉੱਪਰ ਇੱਕ। These membranes often have connections with the ER membranes, ਮਤਲਬ ਕਿ ਜਿਹੜੀ ਮੈਂਬਰੇਨਸ ਹੈਗੀਆਂ ਇਹ ਕਿਹਦੇ ਨਾਲ? ER ਜੋ ਐਂਡੋਪਲਾਜ਼ਮਿਕ ਜੋ ਪੜ੍ਹਿਆ ਆਪਾਂ ਨੇ ਰੈਟੀਕੂਲਮ, ਉਹਦੀ ਮੈਂਬਰੇਨਸ ਨਾਲ ਜੁੜਿਆ ਹੁੰਦਾ ਹੈ। and therefore constitute another portion of a complex cellular membrane system, ठीक है जी। फिर कहते the material synthesized near the ER is packaged and dispatched। ER ਤੁਹਾਨੂੰ ਪਤਾ ਬੱਚਿਓ, ਅਸੀਂ ਪੜ੍ਹ ਚੁੱਕੇ ਹਾਂ ਹੁਣੀ ਸਟਾਰਟਿੰਗ 'ਚ ਕਿ it generates proteins and lipids. Proteins are generated by RER, lipids are generated by SER, ठीक है। So the material synthesized near the ER is packaged, ਉਹਦੀ ਪੈਕਿੰਗ ਕੀਤੀ ਜਾਂਦੀ ਹੈ। Dispatch means ਉਹਨੂੰ ਫਿਰ ਅੱਗੇ ਪਹੁੰਚਾਇਆ ਜਾਂਦਾ ਹੈ। Dispatch to various targets inside and outside the cell through the Golgi apparatus। ਇਹ ਕੰਮ ਹੈ Golgi apparatus ਦਾ ਕਿ ਜਿਹੜਾ ਸਮਾਨ ਜਿਹੜਾ ਬਣਾਇਆ ਗਿਆ ਉੱਥੇ ਉਹਦੀ ਪੈਕੇਜਿੰਗ ਕਰਨੀ ਤੇ ਡਿਸਪੈਚਿੰਗ ਕਰਨੀ। Its functions include the storage, modification and packaging of products in vesicles, means in sacs. So in some cases the Golgi apparatus converts simple sugars into complex sugars, ਤੇ ਕਹਿੰਦੇ modification, ਮਤਲਬ ਕਈ ਜਗ੍ਹਾ Golgi apparatus ਹੋਰ ਕੀ ਕਰਦਾ, simple sugars ਨੂੰ complex sugars ਦੇ ਵਿੱਚ convert ਵੀ ਕਰਦਾ ਹੈ। The Golgi apparatus is also involved in the formation of lysosomes, ਇਹ ਦੂਸਰਾ ਕੰਮ ਹੈ ਇਹਦਾ, ਮਤਲਬ ਦੂਸਰੇ ਐਕਸਟਰਾ ਕੰਮ ਹੈ। ਇਹਦੇ ਕਿਹੜੇ ਕਿਹੜੇ ਕੰਮ ਨੇ? ਪੈਕੇਜਿੰਗ, ਡਿਸਪੈਚਿੰਗ, ਠੀਕ ਹੈ। ਫਿਰ ਸਟੋਰੇਜ, ਮੋਡੀਫਿਕੇਸ਼ਨ, ਪੈਕੇਜਿੰਗ ਆਫ ਪ੍ਰੋਡਕਟਸ ਜਿਵੇਂ ਸਿੰਪਲ ਸ਼ੂਗਰ ਟੂ ਕੰਪਲੈਕਸ ਸ਼ੂਗਰਸ, ਤੇ ਆਲਸੋ ਇਨਵੋਲਵਡ ਇਨ ਦੀ ਫਾਰਮੇਸ਼ਨ ਆਫ ਲਾਈਸੋਸੋਮਸ। ਲਾਈਸੋਸੋਮ ਕੀ ਹੈ? ਐਨ organelle found in the cytoplasm of most cells, especially in liver and kidney cells and in leukocytes। leukocytes ਪਤਾ ਬੱਚਿਓ ਕੀ ਹੁੰਦਾ ਹੈ? leukocytes are white blood cells, ਵਾਈਟ ਬਲੱਡ ਸੈਲਸ ਨੂੰ ਕਿਹਾ ਜਾਂਦਾ ਹੈ ਲਿਊਕੋਸਾਈਟਸ। ਲਾਈਸੋਸੋਮਸ ਵੀ ਅੱਗੇ ਆਏਗਾ, ਇਟ ਇਜ਼ ਐਨ organelle, ਠੀਕ ਹੈ। ਐਂਡ ਗੋਲਗੀ apparatus is involved in the formation of lysosomes। ਇਹ ਸਾਰੇ ਫੰਕਸ਼ਨਸ ਨੂੰ ਬੱਚਿਓ ਲਿਸਟਿੰਗ ਕਰ ਲਓ ਬੜੇ ਆਰਾਮ ਦੇ ਨਾਲ, ਪੁਆਇੰਟ ਵਾਈਜ਼ ਬੜਾ ਆਸਾਨ ਹੈਗਾ, ਠੀਕ ਹੈ। ਹੁਣ ਅਸੀਂ ਐਗਜ਼ਾਮਪਲ ਦੇਖ ਤੁਹਾਡੇ ਡਾਇਗਰਾਮ ਦੇਖ ਲੈਂਦੇ ਕਿਤਾਬ ਚੋਂ।
ਇਹ ਦੇਖੋ ਗੋਲਗੀ ਐਪਰੇਟਸ ਦਾ ਇੱਥੇ ਐਨੀਮਲ ਸੈਲ ਹੈਗਾ ਗੋਲਗੀ ਐਪਰੇਟਸ, ਠੀਕ ਹੈ ਨਾ। ਇਹ ਪਲਾਜ਼ਮਾ ਮੈਂਬਰ ਤੇ ਹੈ ਹੀ, ਇਹ ਹਾਲੇ ਅਗਲੇ ਅਸੀਂ ਬਾਅਦ ਚੋਂ ਕਰਾਂਗੇ। ਇਹ ਦੇਖੋ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਹੈਗਾ ਰਫ, ਠੀਕ ਹੈ। ਤੇ ਇੱਥੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਵੀ ਹੈਗਾ ਇਹ ਵਾਲਾ, ਠੀਕ ਹੈ ਨਾ। ਇਹ ਡਾਇਗਰਾਮ ਥੋੜਾ ਕੰਪਲੀਕੇਟਡ ਹੈ ਬੱਚਿਓ, ਬਲਕਿ ਪਰ ਤੁਹਾਡੀ ਕਿਤਾਬ 'ਚ ਦਿੱਤਾ ਹੈ ਇਟਸ ਲਾਈਕ ਅ 3 डायमेंशनल डायग्राम, पर यह बनाना मुश्किल है। सो आई विल सी इफ आई कैन गेट सम, या मैं बना सका कोई प्लेन पेपर विच डायग्राम। वैसे ਤੁਹਾਡੇ ਸਕੂਲ ਵਿੱਚ ਤੁਹਾਨੂੰ ਦੱਸ ਦੇਣਗੇ, ਐਸੀ ਗੱਲ ਨਹੀਂ, ਕਿਉਂਕਿ ਇਹ ਡਾਇਗਰਾਮ ਜੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ। ਅਦਰਵਾਈਜ਼ ਜਿਹੜਾ ਡਾਇਗਰਾਮ ਤੁਹਾਨੂੰ ਪਹਿਲੇ ਬਣਾ ਕੇ ਦਿੱਤਾ ਸੀਗਾ ਉਹ ਕਿਤਾਬ 'ਚੋਂ ਲਿਆ ਸੀ, ਤੁਹਾਡੀ ਕਿਤਾਬ 'ਚੋਂ ਹੀ, ਉਹ ਜਿਹ 'ਚ ਯੈਲੋ ਸਾਈਟੋਪਲਾਜ਼ਮ ਹੈਗਾ, ਉਹਦੇ ਵਿੱਚ ਤੁਸੀਂ ਬਣਾ ਕੇ ਨਾ ਡਾਇਗਰਾਮ, ਇਹ ਚੀਜ਼ਾਂ ਐਕਸਟਰਾ ਬਣਾ ਕੇ ਇਸ ਤਰ੍ਹਾਂ ਤੇ ਤੁਸੀਂ ਦਿਖਾ ਸਕਦੇ ਹੋ, ਠੀਕ ਹੈ ਨਾ। ਔਰ ਪਲਾਂਟ ਸੈੱਲ ਦਾ ਵੀ ਦੇਖ ਲਈਏ, ਇਹ ਪਲਾਂਟ ਸੈੱਲ ਹੈਗਾ ਦੇਖੋ। ਸੋ ਇਹਦੇ ਵਿੱਚ ਵੀ ਇਹ ਦੇਖੋ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ, ਇਟ ਇਜ਼ ਲਾਈਕ ਦਿਸ। ਤੇ ਇੱਥੇ ਹੈਗਾ ਤੁਹਾਡਾ ਪਲਾਜ਼ਮਾ ਮੈਂਬਰੇਨ ਆ ਗਿਆ, ਤੇ ਇਹ ਗੋਲਗੀ ਐਪਰੇਟਸ ਇੱਥੇ ਹੈਗਾ, ਠੀਕ ਹੈ ਨਾ। ਸੋ ਇਹ ਆ ਗਿਆ ਤੁਹਾਡਾ ਰਫ ਐਂਡੋਪਲਾਜ਼ਮਿਕ ਰੈਟੀਕੂਲਮ। बल्कि यह मार्किंग कर देती है इतना ड्राइंग ਵਿੱਚ ਤਾਂ ਕਲੀਅਰ ਨਜ਼ਰ ਨਹੀਂ ਆਏਗਾ, ਬਿਕੋਜ਼ ਰਫਨੈਸ ਆਫ ਰੈਟੀਕੂਲਮ ਇਜ਼ ਵਿਜ਼ੀਬਲ ਓਨਲੀ ਇਨ ਦੀ ਮਾਈਕਰੋਸਕੋਪ। ਤੇ ਤੁਸੀਂ ਇਹ ਟਿਊਬਸ ਬਣਾ ਸਕਦੇ ਹੋ, ਇਸ ਤਰ੍ਹਾਂ ਟਿਊਬਿਊਲਸ ਬਣਾ ਸਕਦੇ ਹੋ ਤੇ ਦਿਖਾ ਸਕਦੇ ਹੋ ਇਸ ਤਰ੍ਹਾਂ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਤੇ ਰਫ ਐਂਡੋਪਲਾਜ਼ਮਿਕ ਰੈਟੀਕੂਲਮ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਨੋਟਸ ਪਾਰਟ 8, ਹੁਣ ਮੇਰੇ ਖਿਆਲ 2 ਪਾਰਟ ਹੋਰ ਹੋਣਗੇ ਤੇ ਉਹਦੇ ਵਿੱਚ ਸਾਡਾ ਚੈਪਟਰ ਹੈ ਖਤਮ ਹੋ ਜਾਏਗਾ। In the next part we will do the remaining organelles, ਤੇ ਫਿਰ ਅਗਲੇ ਪਾਰਟ ਲਾਸਟ ਪਾਰਟ ਵਿੱਚ ਸ਼ਾਇਦ ਹੈਗਾ ਸੈਲ ਡਿਵੀਜ਼ਨ। ਸੋ ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ ਵੈਰੀ ਮਚ।